प्यारे दोस्तों, भाई कान सिंह नाभा का नाम तुसी जरूर सुनिया होएगा। महान कोश ये भी तुसी जरूर सुनिया होएगा। महान कोश लिखण वाले गुरशब्द रत्नाकर महान कोश इसकी रचना करने वाले सन भाई कान सिंह जी नाभा। भाई कान सिंह नाभा का जन्म 30 अगस्त 1861 विच पिंड सबज़ बनेड़ा पटियाला विखे होया ते 77 साल के लगभग उम्र भोग के 23 नवंबर 1938 नूं वो अकाल चलाना कर गए। उस वेले वो नाभा विखे रिहा करते सन। भाई कान सिंह नाभा दीयां जिहड़ियां महान लिखतां ने उन्होंने सब तो जिहड़ी महान पुस्तक सी ग्रंथ सी वो गुरशब्द रत्नाकर महान कोश 1930 दे विच लिखिया। हम हिंदू नहीं 1887 दे विच एक पुस्तक उन्होंने लिखी। राज धर्म गुरमत प्रभाकर 1898 दे विच लिखी गई। सुधाकर 1899 दे विच उन्हां वल्लों लिखी गई एक होर पुस्तक। बड़े ही कमाल की गल है दोस्तों कि सानू एडा वड्डा महान ਸਾਹਿਤ देण वाले व्यक्ति खुद किसी स्कूल दे विच दाखल नहीं होए है ना। कमाल की गल, उन्होंने कोई भी स्कूल रस्मी तौर पर अटेंड नहीं किया। 10 साल की उम्र विच ही भाई कान सिंह नाभा जी श्री गुरु ग्रंथ साहब ते 10वें ग्रंथ दे विचों वेरवे देण दे समर्थ हो गए सी। उन्होंने पंजाबी तो इलावा संस्कृत परसियन वगैरह भाषावां भी सीखियां ते जिहड़ा महान कोश आ ये अपने श्री गुरु ग्रंथ साहब जी ते आधारित आ। उहदी शब्दावली जां होर साडे पंजाबी जीवन दे जिन्ने भी शब्द ने पंजाबी भाषा दे उन्हां शब्दां दी व्याख्या कीती है, उन्हां दे अर्थ समझाए गए ने। इस वड्ड आकारी पुस्तक नूं लिखण दे लई 14 साल का समा लग्या। इस पुस्तक दे विच 70,000 के लगभग शब्द ने ते कल्ले शब्द ही नहीं ते शब्दां नूं समझाउण लई कई पैरिਆਂ दे विच भी उन्हां दा उल्लेख किया गया। एक शब्द दे किन्ने अर्थ ने, किन्ने अर्थां दे विच एक शब्द नूं वरतिया जा रहा वो वखरियां वखरियां उदाहरणां दे के उस दे विच समझाया गया। भाई कान सिंह नाभा दी इन्नी लियाकत नूं वेख के उस समय दे उन्हां दे अंग्रेज़ साथी समकाली जिहड़े सीगे ਉਹ ਉਹਨਾਂ ਨੂੰ ਸਰਦਾਰ ਬਹਾਦਰ ਕਿਹਾ ਕਰਦੇ ਸਨ। ਤੇ ਭਾਈ ਕਾਨ ਸਿੰਘ ਨਾਭਾ ਦੀਆਂ ਇਸ ਮਹਾਨ ਪੁਸਤਕਾਂ ਲਿਖਤਾਂ ਦੇ ਸਦਕਾ ਉਹਨਾਂ ਦੀ ਦੇਣ ਸਦਕਾ ਉਹਨਾਂ ਨੂੰ ਪੰਥ ਰਤਨ ਤੇ ਵਿਦਿਆ ਭੂਸ਼ਣ ਵਰਗੇ ਸਨਮਾਨ ਪ੍ਰਾਪਤ ਹੋਏ। ਤੇ ਦੋਸਤੋ ਅੱਜ ਕੱਲ੍ਹ ਮਹਾਨ ਕੋਸ਼ ਪੰਜਾਬ ਦੀਆਂ ਲਾਇਬ੍ਰੇਰੀਆਂ ਵਿੱਚ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਤੁਸੀਂ ਲਾਇਬ੍ਰੇਰੀਆਂ ਦੇ ਵਿੱਚ ਮਹਾਨ ਕੋਸ਼ ਨੂੰ ਪੜ੍ਹ ਸਕਦੇ ਹੋ, ਦੇਖ ਸਕਦੇ ਹੋ। ਇਹਦੇ ਵਿੱਚੋਂ ਬੜੀ ਮਹੱਤਵਪੂਰਨ ਜਾਣਕਾਰੀ ਆ ਜਿਹੜੀ ਹਾਸਲ ਕਰ ਸਕਦੇ ਹੋ। ਕੋਈ ਵੀ ਸ਼ਬਦ ਜਿਸ ਦਾ ਤੁਹਾਨੂੰ ਭੁਲੇਖਾ ਪੈਂਦਾ ਹੋਵੇ ਵੀ ਇਹ ਸ਼ਬਦ ਦਾ ਇਹਦਾ ਉਚਾਰਨ ਕੀ ਆ ਅਤੇ ਇਹਦੇ ਮਾਇਨੇ ਕੀ ਨੇ, ਇਹਦੇ ਅਰਥ ਕੀ ਨੇ, ਤੁਸੀਂ ਮਹਾਨ ਕੋਸ਼ ਦੇ ਵਿੱਚੋਂ ਆਸਾਨੀ ਨਾਲ ਦੇਖ ਸਕਦੇ ਹੋ। ਅੱਜ ਤਾਂ ਆਪਣੇ ਵਿਗਿਆਨ ਦੇ ਯੁੱਗ ਵਿੱਚ, ਕੰਪਿਊਟਰ ਦੇ ਯੁੱਗ ਵਿੱਚ ਹੋਰ ਵੀ ਸੌਖਾ ਹੋ ਗਿਆ ਕਿ ਸਾਨੂੰ ਲਾਇਬ੍ਰੇਰੀਆਂ ਦੇ ਵਿੱਚ ਜਾਣ ਦੀ ਲੋੜ ਨਹੀਂ। ਤੁਹਾਡੇ ਮੋਬਾਈਲ ਦੇ ਵਿੱਚ ਹੀ ਇਹ ਵੱਡਕਾਰੀ ਪੁਸਤਕ ਆ ਜਿਹੜੀ ਸਮਾ ਸਕਦੀ ਆ। 3872 ਪੇਜਾਂ ਦੀ PDF ਫਾਈਲ 10.5 MB ਦੀ ਇੱਕ PDF ਫਾਈਲ ਆ ਅਤੇ ਜਿਹਦੇ ਵਿੱਚ ਇਹ ਪੂਰੀ ਵੱਡਕਾਰੀ ਪੁਸਤਕ ਨੂੰ ਸਮੋਇਆ ਗਿਆ ਅਤੇ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇਸ ਨੂੰ ਰੱਖ ਸਕਦੇ ਹੋ ਅਤੇ ਕੋਈ ਵੀ ਸ਼ਬਦ ਜਿਹੜਾ ਇਸ ਦੇ ਵਿੱਚੋਂ ਪੜ੍ਹ ਸਕਦੇ ਹੋ, ਦੇਖ ਸਕਦੇ ਹੋ। ਅਤੇ ਬੜੀ ਵਧੀਆ, ਬੜੇ ਕੰਮ ਦੀ ਚੀਜ਼ ਆ ਦੋਸਤੋ। ਬੜੇ ਮਹਾਨ ਲੇਖਕ ਹੋਏ ਨੇ ਅਤੇ ਇਹਨਾਂ ਦੇ ਜਿਹੜਾ ਸਾਹਿਤ ਆ ਉਸ ਨੂੰ ਜ਼ਰੂਰ ਪੜ੍ਹੋ, ਮਾਣੋ ਅਤੇ ਉਸ ਤੋਂ ਫਾਇਦਾ ਲਓ। ਦੇਖੋ ਬੜੇ ਹੀ ਵਿਸਥਾਰ ਦੇ ਵਿੱਚ ਇੱਥੇ ਸ਼ਬਦਾਂ ਦਾ ਵਰਣਨ ਕੀਤਾ। ਮੈਂ ਇੱਕ ਸ਼ਬਦ ਲਿਆ ਉਚੱਕਾ, ਊੜੇ ਔਂਕੜ ਚੱਚੇ ਅਦਕ ਕੱਕੇ ਕੰਨਾ ਕਾ ਉਚੱਕਾ। ਅਤੇ ਇਸ ਦੇ ਜਿਹੜੇ
ਸਮਾਨਾਰਥੀ ਸ਼ਬਦ ਲਿਖੇ ਨੇ ਉਹ ਹੈਗੇ ਨੇ ਚੋਰ, ਠੱਗ, ਚੁੱਕ ਕੇ ਲੈ ਜਾਣ ਵਾਲਾ। ਪਰ ਹੁਣ ਸਾਡੀ ਜਾਣਕਾਰੀ ਆ ਉਹ ਅਸੀਂ ਉਚੱਕੇ ਦੇ ਨਾਲ ਚੋਰ ਅਸੀਂ ਲਾਉਂਦੇ ਹਾਂ, ਉਹਦੇ ਬਿਨਾਂ ਸਾਡੀ ਤਸੱਲੀ ਨਹੀਂ ਹੁੰਦੀ। ਜੇ ਕਹਿਣਾ ਇਹ ਤਾਂ ਚੋਰ ਚੱਕਾ, ਇਹ ਚੋਰ ਚੱਕਿਆਂ ਦਾ ਕੀ ਪਤਾ ਕੋਈ ਚੋਰੀ ਕਰਕੇ ਲੈ ਜਾਵੇ। ਜਦ ਕਿ ਜੇ ਆਪਾਂ ਇਸ ਪੁਸਤਕ ਦੇ ਅਨੁਸਾਰ ਦੇਖੀਏ ਉਚੱਕੇ ਦੇ ਵਿੱਚ ਹੀ ਚੋਰ ਦੇ ਅਰਥ ਸਮਲਿਤ ਨੇ, ਉਹ ਵਿੱਚ ਹੀ ਹੈਗੇ ਨੇ। ਉਚੱਕੇ ਦਾ ਮਤਲਬ ਹੀ ਚੋਰ ਆ। ਸੋ ਅਜਿਹੇ ਸਾਡੇ ਜਿਹੜੇ ਭੁਲੇਖੇ ਨੇ ਉਹ ਬੜੇ ਹੀ ਇਸ ਪੁਸਤਕ ਨੂੰ ਪੜ੍ਹ ਕੇ, ਦੇਖ ਕੇ, ਸਮਝ ਕੇ ਦੂਰ ਹੁੰਦੇ ਨੇ। ਤੁਸੀਂ ਹਿਸਾਬ ਲਗਾ ਲਓ ਕਿ 109 ਪੇਜਾਂ ਤੱਕ ਪੰਜਾਬੀ ਵਰਨਮਾਲਾ ਦਾ ਪਹਿਲਾ ਅੱਖਰ ਊੜਾ ਫੈਲਿਆ ਹੋਇਆ। ਇੰਨੇ ਸ਼ਬਦ ਨੇ 109 ਪੇਜਾਂ 'ਤੇ ਸਿਰਫ ਊੜੇ ਦੇ ਨੇ, ਅਤੇ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ 3872 ਪੇਜਾਂ 'ਤੇ 35 ਅੱਖਰ ਇਹ ਕਿੰਨੇ ਪੇਜਾਂ 'ਤੇ ਸਾਰੇ ਫੈਲੇ ਹੋਏ ਨੇ। ਕਿੰਨੀ ਵਿਸ਼ਾਲ ਜਾਣਕਾਰੀ ਹੈ। ਸੋ ਦੋਸਤੋ, ਕਦੇ ਮੌਕਾ ਮਿਲਿਆ ਜ਼ਰੂਰ ਇਸ ਨੂੰ ਦੇਖਣਾ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਸਾਹਿਤ ਦੀ ਮਹਾਨ ਲੇਖਕਾ ਸ਼੍ਰੀਮਤੀ ਦਲੀਪ ਕੌਰ ਟਿਵਾਣਾ ਜੀ। ਦਲੀਪ ਕੌਰ ਟਿਵਾਣਾ ਜੀ ਦਾ ਜਨਮ 4 ਮਈ 1935 ਨੂੰ ਲੁਧਿਆਣਾ ਜ਼ਿਲ੍ਹਾ ਦੇ ਮਲੌਦ ਪੈਲ ਹਲਕੇ ਦੇ ਰੱਬੋਂ ਪਿੰਡ ਵਿੱਚ ਹੋਇਆ। 31 ਜਨਵਰੀ 2020 ਨੂੰ ਇਸੇ ਸਾਲ ਦੋਸਤੋ 85 ਸਾਲ ਦੀ ਉਮਰ ਭੋਗ ਕੇ ਉਹ ਆਪਣਾ ਜੀਵਨ ਸਫਰ ਪੂਰਾ ਕਰ ਗਏ। ਦਲੀਪ ਕੌਰ ਟਿਵਾਣਾ ਜੀ ਬਹੁਤ ਹੀ ਨਾਮਵਰ, ਉੱਘੇ, ਬੜੇ ਹੀ ਸਤਿਕਾਰਯੋਗ ਸ਼ਖਸੀਅਤ ਰਹੇ ਨੇ ਪੰਜਾਬੀ ਸਾਹਿਤ ਦੇ ਵਿੱਚ। ਉਹਨਾਂ ਨੇ ਕਹਾਣੀਆਂ ਲਿਖੀਆਂ ਅਤੇ ਬਹੁਤ ਸਾਰੇ ਨਾਵਲ ਲਿਖੇ, ਅਤੇ ਇੰਨਾ ਉਹਨਾਂ ਨੇ ਸਾਹਿਤ ਰਚਿਆ ਕਿ ਮੇਰਾ ਖਿਆਲ ਆ ਵੀ ਜਿਹੜਾ ਸਾਡੇ ਵਰਗਾ ਕੋਈ ਆਮ ਸਧਾਰਨ ਬੰਦਾ ਅਤੇ ਉਹਨਾਂ ਦੀਆਂ ਇੰਨੀਆਂ ਕਿਤਾਬਾਂ ਪੜ੍ਹਨੀਆਂ ਤਾਂ ਬੜੀ ਦੂਰ ਦੀ ਗੱਲ, ਅਤੇ ਉਹਨਾਂ ਦੇ ਨਾਮ ਯਾਦ ਰੱਖਣਾ ਵੀ ਬੜਾ ਮੁਸ਼ਕਿਲ ਹੋ ਜਾਂਦਾ। ਅਤੇ ਉਹਨਾਂ ਨੇ 33 ਨਾਵਲ ਲਿਖੇ, ਕਹਾਣੀ ਦੀਆਂ 15 ਕਿਤਾਬਾਂ ਲਿਖੀਆਂ, ਅਤੇ 3 ਆਤਮ ਕਥਾ ਦੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ। ਨੰਗੇ ਪੈਰਾਂ ਦਾ ਸਫ਼ਰ, ਪੁੱਛਤੇ ਹੋ ਤੋ ਸੁਣੋ, ਤੁਰਦਿਆਂ ਤੁਰਦਿਆਂ। ਅਤੇ ਇਸ ਤੋਂ ਇਲਾਵਾ ਲੇਖਾਂ ਦੀਆਂ ਤੇਰੇ ਮੇਰੇ ਸਰੋਕਾਰ, ਜਿਉਣ ਜੋਗੇ 2 ਪੁਸਤਕਾਂ ਉਹਨਾਂ ਨੇ ਲੇਖ ਰਚਨਾਵਾਂ ਵੀ ਨੇ, ਅਤੇ ਇਸ ਤੋਂ ਇਲਾਵਾ ਆਲੋਚਨਾ ਦੀਆਂ ਪੁਸਤਕਾਂ ਵੀ ਉਹਨਾਂ ਨੇ ਲਿਖੀਆਂ। ਦਲੀਪ ਕੌਰ ਟਿਵਾਣਾ ਜੀ ਨੇ ਆਪਣੀਆਂ ਕਿਰਤਾਂ ਦੇ ਵਿੱਚ ਖਾਸ ਕਰਕੇ ਔਰਤ ਮਨ ਦੀ ਵੇਦਨਾ ਸੰਵੇਦਨਾ ਦੀ ਗੱਲ ਕੀਤੀ ਆ। ਔਰਤ ਦੀ ਤਰਾਸਦੀ, ਉਸ ਦੇ ਧੁਰ ਅੰਦਰਲੇ ਜਜ਼ਬਾਤਾਂ ਦੀ ਗੱਲ ਉਹਨਾਂ ਨੇ ਕੀਤੀ ਆ। ਔਰਤ ਦੀ ਬੇਬਸੀ, ਔਰਤ ਦੀਆਂ ਅੰਦਰਲੀਆਂ ਪੀੜਾਂ ਨੂੰ ਆਪਣੀਆਂ ਲਿਖਤਾਂ ਦੇ ਵਿੱਚ ਉਹਨਾਂ ਨੇ ਬਖੂਬੀ ਉਜਾਗਰ ਕੀਤਾ। ਮੈਡਮ ਦਲੀਪ ਕੌਰ ਟਿਵਾਣਾ ਜੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਪਣੇ ਅੰਤਮ ਸਮੇਂ ਤੱਕ ਰਹੇ। ਉਹ ਉੱਥੇ ਪ੍ਰੋਫੈਸਰ ਵਜੋਂ, ਡੀਨ ਵਜੋਂ, ਫੈਕਲਟੀ ਆਫ ਲੈਂਗੁਏਜ ਵਜੋਂ, ਅਤੇ ਉਹਨਾਂ ਨੇ ਉੱਥੇ ਸੇਵਾਵਾਂ ਨਿਭਾਈਆਂ। ਸੋ ਜਿਹੜਾ ਉਹਨਾਂ ਦਾ ਬਹੁਤ ਸਾਰਾ ਇਸ ਆਪਣੇ ਜੀਵਨ ਕਾਲ ਦੇ ਵਿੱਚ ਬੜਾ ਸਨਮਾਨ ਹੋਇਆ ਉਹਨਾਂ ਦਾ। ਸਾਧਨਾ ਕਹਾਣੀ 'ਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨ ਦਿੱਤਾ ਗਿਆ। ਸਾਧਨਾ ਕਹਾਣੀ ਦੀ ਜਿਹੜੀ ਪੁਸਤਕ ਸੀ, ਇਹੋ ਹਮਾਰਾ ਜੀਵਨ ਆ, ਉਹਨਾਂ ਦਾ ਨਾਵਲ ਸੀਗਾ। 1971 ਦੇ ਵਿੱਚ ਸਾਹਿਤ ਅਕਾਡਮੀ ਅਵਾਰਡ ਦੇ ਕੇ ਸਨਮਾਨ ਕੀਤਾ ਗਿਆ। ਸ਼੍ਰੋਮਣੀ ਸਾਹਿਤਕਾਰ ਅਵਾਰਡ ਭਾਸ਼ਾ ਵਿਭਾਗ ਵੱਲੋਂ ਇਹਨਾਂ ਨੂੰ ਦਿੱਤਾ ਗਿਆ। ਕਥਾ ਕਹੋ ਉਰਵਸ਼ੀ ਨਾਵਲ ਲਈ ਸਰਸਵਤੀ ਸਨਮਾਨ ਇਹਨਾਂ ਨੂੰ ਮਿਲਿਆ। 2004 ਦੇ ਵਿੱਚ ਦੋਸਤੋ ਪਦਮ ਸ਼੍ਰੀ ਅਵਾਰਡ ਭਾਰਤ ਸਰਕਾਰ ਨੇ ਦਿੱਤਾ, ਪਰ ਜਿਹੜਾ ਇਹ ਅਵਾਰਡ ਸੀ ਇਹਨਾਂ ਨੇ 2015 ਦੇ ਵਿੱਚ ਇਹਨਾਂ ਨੇ ਦੇਸ਼ ਵਿੱਚ ਜਿਹੜੀ ਅਸਹਿਣਸ਼ੀਲਤਾ ਦੇ ਦੌਰ ਦੇ ਵਿੱਚ ਇਹ ਸਨਮਾਨ ਜਿਹੜਾ ਵਾਪਸ ਕਰਤਾ ਸੀ। ਪੰਜਾਬੀ ਸਾਹਿਤ ਰਤਨ ਪੰਜਾਬ ਸਰਕਾਰ ਨੇ ਇਹਨਾਂ ਨੂੰ ਸਨਮਾਨ ਦਿੱਤਾ, ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2011 ਦੇ ਵਿੱਚ ਡੀ.ਲੈਟ ਦੀ ਇਹਨਾਂ ਨੂੰ ਡਿਗਰੀ ਦਾ ਸਨਮਾਨ ਦੇ ਕੇ ਇਹਨਾਂ ਦਾ ਮਾਣ ਵਧਾਇਆ। ਅਤੇ ਜੇ ਆਪਾਂ ਗੱਲ ਕਰੀਏ ਦਲੀਪ ਕੌਰ ਟਿਵਾਣਾ ਜੀ ਹੋਰਾਂ ਦਾ ਜਿਹੜਾ ਪਹਿਲਾ ਨਾਵਲ ਸੀ ਉਹ ਸੀ ਅਗਨੀ ਪ੍ਰੀਖਿਆ, ਅਤੇ ਜਿਹੜਾ ਆਖਰੀ ਨਾਵਲ ਸੀ
ਤੇ ਉਹ ਹੈ ਤਖਤ ਹਜ਼ਾਰਾ ਦੂਰ ਕੁੜੀ। ਸੋ ਇਹਨਾਂ ਦੋਨਾਂ ਨਾਵਲਾਂ ਦੀ ਸ਼ੁਰੂਆਤ ਤੇ ਅੰਤਮ ਯਾਤਰਾ ਤੋਂ ਸਾਨੂੰ ਪਤਾ ਲੱਗਦਾ, ਬਖੂਬੀ ਪਤਾ ਲੱਗਦਾ ਕਿ ਇਹਨਾਂ ਨੇ ਆਪਣੀ ਕਿਰਤਾਂ ਦੇ ਵਿੱਚ ਔਰਤ ਦੀ ਜਿਹੜੀ ਵੇਦਨਾ ਸੰਵੇਦਨਾ ਦੀ ਗੱਲ ਕੀਤੀ ਆ, ਅਤੇ ਜਿੱਥੋਂ ਸ਼ੁਰੂ ਕੀਤੀ ਸੀ ਐਂਡ ਤੱਕ ਉਹੀ ਗੱਲ 'ਤੇ ਉਹ ਬਰਕਰਾਰ ਰਹੇ ਨੇ, ਅੜੇ ਰਹੇ ਨੇ, ਅਤੇ ਉਸੇ ਹੀ ਆਪਣੀ ਜਿਹੜੀ ਕਹਿ ਲਓ ਪ੍ਰਤੀਬੱਧਤਾ ਨੂੰ ਉਹਨਾਂ ਨੇ ਨਿਭਾਇਆ। ਸੋ ਦੋਸਤੋ, ਇਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਸੰਸਾਰ ਭਰ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਉਪਲਬਧ ਨੇ, ਅਤੇ ਨੈੱਟ 'ਤੇ ਬੜਾ ਕੁਝ ਪਿਆ। ਇਹਨਾਂ ਦੇ ਬੜੀਆਂ ਇੰਟਰਵਿਊਜ਼ ਨੇ, ਅਤੇ ਬੜੀ ਜਿਹੜੀ ਇਹਨਾਂ ਦੀ ਕਿਤਾਬਾਂ ਦੀਆਂ PDF ਫਾਈਲਾਂ ਬਣੀਆਂ ਹੋਈਆਂ ਨੇ, ਅਤੇ ਤੁਸੀਂ ਉਹਨਾਂ ਨੂੰ ਪੜ੍ਹੋ, ਆਨੰਦ ਮਾਣੋ, ਖੁਸ਼ ਰਹੋ। ਸਤਿ ਸ਼੍ਰੀ ਅਕਾਲ ਸਾਥੀਓ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਾਟਕ ਖੇਤਰ ਦੀ ਇੱਕ ਮਹਾਨ ਸ਼ਖਸੀਅਤ ਜਨਾਬ ਬਲਵੰਤ ਗਾਰਗੀ ਜੀ ਹੋਰਾਂ ਬਾਰੇ। ਬਲਵੰਤ ਗਾਰਗੀ ਜੀ ਦਾ ਜਨਮ 4 ਦਸੰਬਰ 1916 ਨੂੰ ਪਿੰਡ ਸਹਿਣਾ ਬਰਨਾਲੇ ਦੇ ਨੇੜੇ ਪੰਜਾਬ ਦੇ ਵਿੱਚ ਹੋਇਆ, ਅਤੇ ਇਹ 86 ਸਾਲ ਦੀ ਉਮਰ ਭੋਗ ਕੇ 22 ਅਪ੍ਰੈਲ 2003 ਨੂੰ ਅਕਾਲ ਚਲਾਣਾ ਕਰ ਗਏ। ਸੋ ਨਾਟਕ ਖੇਤਰ ਦੇ ਮਹਾਨ ਸ਼ਖਸੀਅਤ ਹੋਏ ਨੇ ਬਲਵੰਤ ਗਾਰਗੀ ਜੀ ਪੰਜਾਬੀ ਖੇਤਰ ਦੇ ਵਿੱਚ। ਗਾਰਗੀ ਸਾਹਿਬ ਨੇ ਦੋਸਤੋ MA ਇੰਗਲਿਸ਼, MA ਪੋਲੀਟੀਕਲ ਸਾਇੰਸ ਕੀਤੀ, ਅਤੇ ਇਸ ਦੇ ਨਾਲ ਹੀ ਜਿਹੜੇ ਨਾਟਕ ਖੇਤਰ ਦੇ ਪਿਤਾਮਾ ਕਹਿ ਲਈਏ ਜੀ, ਨੋਰਾ ਰਿਚਰਡ ਜੀ, ਉਹਨਾਂ ਦੇ ਜਿਹੜਾ ਥੀਏਟਰ ਸਕੂਲ ਸੀ ਕਾਂਗੜਾ ਵੈਲੀ ਦੇ ਵਿਖੇ, ਉੱਥੇ ਵੀ ਇਹਨਾਂ ਨੇ ਨਾਟਕ ਦੀ ਜਿਹੜੀ ਵਿੱਦਿਆ ਗ੍ਰਹਿਣ ਕੀਤੀ। ਬਲਵੰਤ ਗਾਰਗੀ ਜੀ ਹੋਰਾਂ ਨੇ ਬਹੁਤ ਸਾਰੇ ਨਾਟਕ ਲਿਖੇ ਅਤੇ ਛੋਟੀ ਕਹਾਣੀ ਵੀ ਲਿਖੀ। ਨਾਟਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਪਹਿਲਾ ਨਾਟਕ ਸੀ ਉਹ ਸੀ ਲੋਹਾ ਕੁੱਟ। 1944 ਦੇ ਵਿੱਚ ਇਹ ਨਾਟਕ ਇਹਨਾਂ ਨੇ ਲਿਖਿਆ, ਅਤੇ ਇਹਨਾਂ ਦੇ ਬਾਕੀ ਨਾਟਕਾਂ ਦੇ ਵਿੱਚ ਕੁਝ ਮਹੱਤਵਪੂਰਨ ਨਾਟਕ ਨੇ ਕਣਕ ਦੀ ਬੱਲੀ, ਸੋਹਣੀ ਮਹੀਵਾਲ, ਧੂਣੀ ਦੀ ਅੱਗ, ਨਵਾਂ ਮੁੱਢ, ਘੁੱਗੀ, ਸੇਲ ਪੱਥਰ, ਸੌਂਕਣ ਅਤੇ ਸਾਂਝਾ ਚੁੱਲ੍ਹਾ ਵਗੈਰਾ ਇਹਨਾਂ ਦੇ ਹੋਰ ਜਿਹੜੇ ਗਿਣਨਯੋਗ ਨਾਵਲ ਨੇ। ਅਤੇ ਇਸ ਤੋਂ ਇਲਾਵਾ ਬਾਕੀ ਬਹੁਤ ਸਾਰੇ ਜਿਹੜੇ ਨਾਵਲ ਉਹ ਵੀ ਇਹਨਾਂ ਚਰਚਾ ਦੇ ਵਿੱਚ ਰਹੇ ਨੇ। ਕਹਾਣੀਆਂ ਮਿਰਚਾਂ ਵਾਲਾ ਸਾਧ, ਕਹਾਣੀਆਂ ਦੀ ਇਹਨਾਂ ਨੇ ਕਿਤਾਬ ਲਿਖੀ, ਅਤੇ ਹੋਰ ਵੀ ਕਹਾਣੀਆਂ ਇਹਨਾਂ ਨੇ ਲਿਖੀਆਂ। ਅਤੇ ਆਤਮ ਕਥਾ ਵਰਗੀ ਜਿਹੜੀ ਕ੍ਰਿਤ ਸੀ ਇਹਨਾਂ ਦੀ, ਉਹ ਨੰਗੀ ਧੁੱਪ ਅਤੇ ਕਾਸ਼ਨੀ ਵਿਹੜਾ, ਆਤਮ ਕਥਾ ਦੇ ਨੇੜੇ ਤੇੜੇ ਕਹੀ ਜਾਣ ਵਾਲੀ ਇਹਨਾਂ ਦੀ ਕਿਤਾਬ ਆ। ਅਤੇ ਇਹਨਾਂ ਦੇ ਜਿਹੜੇ ਨਾਟਕ ਨੇ, ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਦੋਸਤੋ, ਉਹ ਪੰਜਾਬੀ ਤੋਂ ਇਲਾਵਾ 12 ਹੋਰ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦ ਹੋਇਆ ਇਹਨਾਂ ਦੀਆਂ ਕਿਤਾਬਾਂ ਦਾ। ਅਤੇ ਗਾਰਗੀ ਸਾਹਿਬ ਨੇ ਪੂਰੀ ਦੁਨੀਆ ਦੇ ਵਿੱਚ ਹੀ ਲਗਭਗ ਆਪਣੇ ਨਾਟਕ ਖੇਡੇ, ਅਤੇ ਆਪ ਉਹਨਾਂ ਦੇ ਵਿੱਚ ਪਰਫੋਰਮ ਵੀ ਕੀਤਾ। ਨਵੀਂ ਦਿੱਲੀ, ਲੰਡਨ, ਮਾਸਕੋ ਤੱਕ ਇਹਨਾਂ ਨੇ ਭ੍ਰਮਣ ਕੀਤਾ ਆਪਣੇ ਨਾਟਕਾਂ ਦੇ ਖੇਡਣ ਦੇ ਦੌਰਾਨ। ਅਤੇ ਜਿਹੜਾ ਸਾਂਝਾ ਚੁੱਲ੍ਹਾ ਇਹਨਾਂ ਦਾ ਨਾਟਕ ਸੀਗਾ, ਅਤੇ ਉਸ ਨੂੰ ਬਹੁਤ ਸਾਰਾ ਮਾਣ ਮਿਲਿਆ, ਬੜੇ ਦਰਸ਼ਕ ਮਿਲੇ, ਕਿਉਂਕਿ ਦੂਰਦਰਸ਼ਨ 'ਤੇ ਇਸ ਦਾ ਜਿਹੜਾ ਸੀਗਾ ਸੰਚਾਲਨ ਕੀਤਾ ਗਿਆ। ਬਲਵੰਤ ਗਾਰਗੀ ਜੀ ਹੋਰਾਂ ਨੂੰ ਬਹੁਤ ਸਾਰੇ ਇਨਾਮ ਕਲਾਮ ਪ੍ਰਾਪਤ ਹੋਏ। ਸਾਹਿਤ ਅਕਾਡਮੀ ਅਵਾਰਡ 1962 ਦੇ ਵਿੱਚ ਰੰਗਮੰਚ ਇਹਨਾਂ ਨੇ ਇੱਕ ਕਿਤਾਬ ਲਿਖੀ ਸੀ, ਉਸ 'ਤੇ ਮਿਲਿਆ ਦੋਸਤੋ। ਅਤੇ ਉਪਰੰਤ ਇਹਨਾਂ ਨੂੰ 1972 ਦੇ ਵਿੱਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਆ ਗਿਆ, ਅਤੇ 1998 ਦੇ ਵਿੱਚ ਸੰਗੀਤ ਨਾਟਕ ਅਕੈਡਮੀ ਅਵਾਰਡ ਵੀ ਇਹਨਾਂ ਦੀ ਝੋਲੀ ਪਿਆ। ਅਤੇ ਕਈ ਸਾਰੀਆਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਨੇ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਪੜ੍ਹਾਇਆ। 1966-67 ਦੇ ਵਿੱਚ 2 ਸਾਲ ਇਹ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਵਿੱਚ ਪੜ੍ਹਾਉਂਦੇ ਰਹੇ ਨਾਟਕ ਦੇ ਖੇਤਰ ਵਿੱਚ ਹੀ। ਅਤੇ ਇੱਥੇ ਹੀ ਉਹਨਾਂ ਦੀ ਮੁਲਾਕਾਤ ਜਿਹੜੀ ਇੱਕ ਔਰਤ ਸੀ ਜੈਨੀ ਹੈਨਰੇ ਦੇ ਨਾਲ ਹੋਈ, ਅਤੇ ਇਸੇ ਹੀ ਜੈਨੀ ਹੈਨਰੇ ਦੇ ਨਾਲ ਇਹਨਾਂ ਦਾ ਬਾਅਦ ਵਿੱਚ ਵਿਆਹ ਹੋਇਆ। ਸੋ ਦੋਸਤੋ, ਉਪਰੰਤ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਇੰਡੀਅਨ ਥੀਏਟਰ ਡਿਪਾਰਟਮੈਂਟ ਦੇ ਫਾਊਂਡਰ ਡਾਇਰੈਕਟਰ ਰਹੇ, ਅਤੇ ਬਹੁਤ ਸਾਰੇ ਜਿਹੜੇ ਅੱਜ ਦੇ ਫਿਲਮੀ ਕਲਾਕਾਰ ਨੇ
ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਹੈਗੇ ਨੇ ਇਹਨਾਂ ਦੇ ਸ਼ਾਗਿਰਦ ਰਹੇ ਨੇ, ਇਹਨਾਂ ਦੇ ਕਦੇ ਨਾ ਕਦੇ ਸਟੂਡੈਂਟ ਰਹੇ ਨੇ, ਚੇਲੇ ਰਹੇ ਨੇ। ਪੂਨਮ ਖੇਰ, ਕਿਰਨ ਖੇਰ, ਸਤੀਸ਼ ਕੌਸ਼ਿਕ, ਪੂਨਮ ਢਿੱਲੋਂ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੇ ਇਹਨਾਂ ਤੋਂ ਉਹਨਾਂ ਨੇ ਆਪਣੇ ਜਿਹੜੇ ਹੈਗੇ ਆ ਨਾਟਕ ਦੇ ਦਾਪੇ ਸਿੱਖੇ ਨੇ, ਇਹਨਾਂ ਦੇ ਨਾਲ ਕੰਮ ਕੀਤਾ। ਸੋ ਦੋਸਤੋ, ਇਹਨਾਂ ਦੇ ਜਿਹੜੇ ਆ ਰਚਨਾਵਾਂ ਨੇ, ਇਹਨਾਂ ਦੇ ਨਾਟਕ ਨੇ ਜਿਹੜੇ, ਅਤੇ ਉਹ ਨੈੱਟ 'ਤੇ ਬੜਾ ਕੁਝ ਪਿਆ, ਦੇਖੋ, ਸੁਣੋ, ਪੜ੍ਹੋ। ਅਤੇ ਬੜੀ ਪਿਆਰੀ ਸ਼ਖਸੀਅਤ ਸੀਗੇ ਬਲਵੰਤ ਗਾਰਗੀ, ਅਤੇ 2003 ਦੇ ਵਿੱਚ ਉਹ 86 ਸਾਲ ਦੀ ਉਮਰ ਭੋਗ ਕੇ ਸਾਨੂੰ ਭਾਵੇਂ ਅਲਵਿਦਾ ਕਹਿ ਗਏ ਨੇ, ਪਰ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਸਾਨੂੰ ਮੁੜ ਉਹਨਾਂ ਦੀ ਯਾਦ ਦਿਲਾਉਂਦੀਆਂ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਜਦੋਂ ਤੁਸੀਂ ਕਿਸੇ ਧਾਰਮਿਕ ਸਮਾਗਮ 'ਤੇ ਖਾਸ ਕਰਕੇ ਮੰਦਰ ਦੇ ਵਿੱਚ ਆਰਤੀ ਸੁਣਦੇ ਹੋ, ਹੋਮ ਜੈ ਜਗਦੀਸ਼ ਹਰੇ, स्वामी जय जगदीश हरे, भगत जनों के संकट, दास जनों के संकट, क्षण में दूर करे, होम जय जगदीश हरे। बिल्कुल ਤੁਹਾਨੂੰ ਕਦੇ ਇਹ ਯਾਦ ਤੱਕ ਨਹੀਂ ਆਇਆ ਹੋਣਾ ਕਿ ਇਸ 'ਤੇ ਰਾਈਟਰ ਕੌਣ ਆ, ਇਸ 'ਤੇ ਲੇਖਕ ਕੌਣ ਆ। ਅਤੇ ਸਾਨੂੰ ਤਾਂ ਇੱਦਾਂ ਲੱਗਦਾ ਵੀ ਬਸ ਇਹ ਪੁਰਾਤਨ ਸਮਿਆਂ ਤੋਂ ਇਹ ਮੰਦਰਾਂ ਦੇ ਵਿੱਚ ਹੀ ਇਹਨਾਂ ਭਗਤਾਂ ਨੇ, ਬਾਬਿਆਂ ਨੇ ਹੀ ਇਸ ਨੂੰ ਲਿਖਿਆ ਹੋਣਾ, ਅਤੇ ਇੱਦਾਂ ਹੀ ਬਣੀ ਹੋਈ ਹੈ ਪਰੰਪਰਾ। ਪਰ ਦੋਸਤੋ, ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਦੱਸ ਦੇਵਾਂ ਕਿ ਜਿਹੜੀ ਇਹ ਰਚਨਾ ਹੈ, ਆਰਤੀ ਹੈ, ਬੜੀ ਸ਼ਰਧਾਪੂਰਵਕ ਜਿਹੜੀ ਸਾਡੇ ਮੰਦਰਾਂ ਦੇ ਵਿੱਚ ਜਿਸ ਦਾ ਗਾਇਨ ਕੀਤਾ ਜਾਂਦਾ ਹੈ, ਇਸ ਨੂੰ ਲਿਖਣ ਵਾਲੇ ਸੀ ਜਨਾਬ ਸ਼ਰਧਾ ਰਾਮ ਫਿਲੌਰੀ ਜੀ। ਸ਼ਰਧਾ ਰਾਮ ਫਿਲੌਰੀ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਬੜੇ ਸਨਮਾਨਿਤ ਹਸਤਾਖਰ ਹੋਏ ਨੇ। ਸ਼ਰਧਾ ਰਾਮ ਫਿਲੌਰੀ ਜੀ ਹੋਰਾਂ ਦਾ ਜਨਮ 30 ਸਤੰਬਰ 1887 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਫਲੌਰ ਦੇ ਵਿੱਚ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ। 24 ਜੂਨ 1881 ਨੂੰ 44 ਸਾਲ ਦੀ ਉਮਰ ਦੇ ਵਿੱਚ ਹੀ ਆਪ ਲਾਹੌਰ ਵਿਖੇ ਪਾਕਿਸਤਾਨ ਦੇ ਵਿੱਚ ਰੱਬ ਨੂੰ ਪਿਆਰੇ ਹੋ ਗਏ। ਦੋਸਤੋ, ਸ਼ਰਧਾ ਰਾਮ ਫਿਲੌਰੀ ਜੀ ਨੇ ਕੋਈ ਰਸਮੀ ਵਿੱਦਿਆ ਸਕੂਲ ਦੇ ਵਿੱਚ ਦਾਖਲ ਹੋ ਕੇ ਨਹੀਂ ਸੀ ਪ੍ਰਾਪਤ ਕੀਤੀ, ਅਤੇ ਪਰ ਇਸ ਦੇ ਬਾਵਜੂਦ 7 ਸਾਲ ਦੀ ਉਮਰ ਦੇ ਵਿੱਚ ਸ਼ਰਧਾ ਰਾਮ ਫਿਲੌਰੀ ਜੀ ਗੁਰਮੁਖੀ ਲਿਖਣੀ ਪੜ੍ਹਨੀ ਸਿੱਖ ਗਏ ਸੀ, ਅਤੇ 10 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਨੇ ਹਿੰਦੀ, ਸੰਸਕ੍ਰਿਤ, ਫਾਰਸੀ ਅਤੇ ਹੋਰ ਜਿਹੜੀਆਂ ਸੀਗੀਆਂ ਸਿੱਖਿਆਵਾਂ, ਐਸਟ੍ਰੋਲੋਜੀ ਵਗੈਰਾ ਦਾ ਵੀ ਗਿਆਨ ਪ੍ਰਾਪਤ ਕਰ ਲਿਆ ਸੀ। ਆਧੁਨਿਕ ਵਾਰਤਕ ਦਾ ਸ਼ਰਧਾ ਰਾਮ ਫਿਲੌਰੀ ਜੀ ਨੂੰ ਪਿਤਾਮਾ ਕਿਹਾ ਜਾਂਦਾ ਹੈ। ਇਹਨਾਂ ਨੇ ਹਿੰਦੀ ਅਤੇ ਪੰਜਾਬੀ ਦੇ ਵਿੱਚ ਬਹੁਤ ਕੁਝ ਲਿਖਿਆ, ਧਰਮ ਬਾਰੇ, ਸਮਾਜਿਕ ਸੱਭਿਆਚਾਰ ਬਾਰੇ ਵਿਸ਼ਿਆਂ 'ਤੇ ਇਹਨਾਂ ਦੀਆਂ ਕਿਤਾਬਾਂ, ਇਹਨਾਂ ਦੀ ਲਿਖਤਾਂ ਸਾਨੂੰ ਦੇਖਣ ਪੜ੍ਹਨ ਨੂੰ ਮਿਲਦੀਆਂ ਨੇ। ਦੋਸਤੋ, ਕਿਹਾ ਜਾਂਦਾ ਹੈ ਕਿ ਜਿਹੜਾ ਹਿੰਦੀ ਦੇ ਵਿੱਚ ਪਹਿਲਾ ਨਾਵਲ ਸੀ ਭਾਗਿਆਵਤੀ, ਜੋ ਇਹਨਾਂ ਦੀ ਮੌਤ ਤੋਂ ਉਪਰੰਤ 1888 ਦੇ ਵਿੱਚ ਪ੍ਰਕਾਸ਼ ਕੀਤਾ ਗਿਆ, ਕਿਹਾ ਜਾਂਦਾ ਕਿ ਇਹ ਹਿੰਦੀ ਦੇ ਵਿੱਚ ਲਿਖਿਆ ਗਿਆ ਪਹਿਲਾ ਨਾਵਲ ਸੀ। ਇਹਨਾਂ ਦੀਆਂ ਲਿਖਤਾਂ ਇਸ ਤੋਂ ਇਲਾਵਾ ਸਿੱਖਾਂ ਦੇ ਰਾਜ ਦੀ ਵਿਥਿਆ 1866 ਦੇ ਵਿੱਚ ਪ੍ਰਕਾਸ਼ਿਤ ਹੋਈ। ਪੰਜਾਬੀ ਬਾਤਚੀਤ ਜਿਹੜੀ ਬਹੁਤ ਹੀ ਮਸ਼ਹੂਰ ਕਿਤਾਬ ਆ, ਜਾਣੀ ਪਹਿਚਾਣੀ ਕਿਤਾਬ ਆ, ਇਹ ਕਿਤਾਬ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਂਦੀ ਹੈ। ਅਤੇ ਜਿਹਦੀ ਆਪਾਂ ਹੁਣੇ ਪਹਿਲਾਂ ਗੱਲ ਕੀਤੀ ਸੀ, ਆਰਤੀ ਓਮ ਜੈ ਜਗਦੀਸ਼ ਹਰੇ, ਇਹ ਵੀ ਇਹਨਾਂ ਨੇ ਹੀ ਲਿਖੀ, ਤਿਆਰ ਕੀਤੀ। ਅਤੇ 1870 ਦੇ ਵਿੱਚ ਇਸ ਆਪਣੀ ਆਰਤੀ ਦਾ ਪੰਜਾਬੀ ਵਿੱਚ ਵੀ ਇਹਨਾਂ ਨੇ ਅਨੁਵਾਦ ਕੀਤਾ। ਸੋ ਦੋਸਤੋ, ਸ਼ਰਧਾ ਰਾਮ ਫਿਲੌਰੀ ਬੜੇ ਹੀ ਵਿਦਵਾਨ ਲੋਕ ਸਨ ਅਤੇ ਬੜੀ ਪਿਆਰੀ ਸ਼ਖਸੀਅਤ ਸਨ। ਇਹਨਾਂ ਦੀਆਂ ਲਿਖਤਾਂ, ਪੰਜਾਬੀ ਬਾਤਚੀਤ ਤਾਂ ਜ਼ਰੂਰ ਪੜ੍ਹਿਓ, ਅਤੇ ਬਾਕੀ ਆਰਤੀ ਜ਼ਰੂਰ ਤੁਸੀਂ ਇਸ ਦਾ ਵੀ ਆਨੰਦ ਮਾਣਿਓ।
ਤੇ ਸਤਿਕਾਰ ਸਹਿਤ ਕਿਸੇ ਮੰਦਿਰ ਦੇ ਵਿੱਚ ਜਾ ਕੇ ਤੇ ਭਗਤਾਂ ਦੇ ਨਾਲ ਆਰਤੀ ਦੇ ਵਿੱਚ ਜ਼ਰੂਰ ਸ਼ਾਮਲ ਹੋ ਤੇ ਉੱਥੇ ਯਾਦ ਕਰਿਓ ਵੀ ਇਹ ਜਨਾਬ ਸਰਦਾਰਾ ਫਲੋਰੀ ਜੀ ਹੋਰਾਂ ਦੀ ਲਿਖੀ ਹੋਈ ਆ।